देखो गल सुनो 33 मुकदमे सन मेरे ते एमरजेंसी एक बारी मैनू वेखदे गोली मारन का भी हुक्म हो गया सी। जेलों भी कट्टियां, नज़रबंदियां भी कट्टियां, एमरजेंसी च नज़रबंद रहा, वेचने चिट्टे, गल पंथ की करनी, जे कोई ढाबा चंगा चलता नज़र आ गया वो भी कब्जा। पंथ वाली किहड़ी गल रहेगी, अकाली दल वाली किहड़ी लग। मैं जी सब नूं टेलीफोन देंगा, सैलफोन, कोई नौजवान हथ खड़ा करे जिन्होंने अमरिंदर सिंह का टेलीफोन आया हो। इन्हें गुटका हथ च फड़ के सौं खाधी, उस तो पिठ मोड़ ली। बादलों ने गुरु ग्रंथ साहब महाराज दियां बेअदबियां करवाइयां। चैनल सतरंग वेख रहे सारे दर्शकों ਨੂੰ ਮੇਰੇ ਵੱਲੋਂ ਜਾਨੀ ਕਿ ਗੁਰਲੀਨ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਚੈਨਲ ਸਤਰੰਗ ਸੈਲੀਬ੍ਰਿਟੀ ਪ੍ਰੋਗਰਾਮ ਦੇ ਅਧੀਨ ਅਸੀਂ ਤੁਹਾਨੂੰ ਉੱਗੀਆਂ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਆ। ਸੋ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, 2 ਵਾਰ ਐਮਐਲਏ ਰਹਿ ਚੁੱਕੇ ਤੇ ਸਾਬਕਾ ਡਿਪਟੀ ਸਪੀਕਰ, ਖਾਸ ਤੌਰ ਤੇ ਕਹਾਂਗੀ ਕਿ ਪੰਥਕ ਉਮੀਦਵਾਰ श्री आनंदपुर साहब तो। सो स्वागत करते हैं जी साडे स्टूडियो दे विच साहिब बहादुर साहब सरदार वीर दविंदर सिंह जी दा। सत श्री अकाल सर। सब तो पहला तो चैनल सतरंग देख रहे सारे दर्शकों को मेरे वालों सत श्री अकाल ते ढेर सारियां शुभ इच्छावां। सरदार वीर दविंदर सिंह जी साडे स्टूडियो दे विच तुहाडा स्वागत है। सरदार वीर दविंदर सिंह जी, पार्टी दे वल्लों तुहानू उम्मीदवार ऐलानिया गया है ਤੇ ਤੁਸੀਂ ਇਹ ਦੱਸੋ ਤੁਹਾਨੂੰ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ? ਅਰਜ਼ ਹੈ ਜੀ, ਮੈਂ ਲਗਭਗ ਅੱਧੀ ਸਦੀ ਤੋਂ ਰਾਜਨੀਤੀ ਵਿੱਚ ਹਾਂ। ਇਹ ਸਾਰੇ ਇਲਾਕੇ ਮੇਰੇ ਗਾਏ ਹੋਏ ਨੇ। ਕੋਈ ਪਿੰਡ, ਕੋਈ ਸ਼ਹਿਰ ਮੇਰੇ ਲਈ ਨਾ ਉਪਰਾ ਹੈ ਨਾ ਪਰਾਇਆ ਹੈ। ਮੈਂ ਐਮਐਲਏ ਵੀ ਰਿਹਾ ਇਸੇ ਹਲਕੇ ਚੋਂ, ਖਰੜ ਤੋਂ 2002 ਤੋਂ 2007 ਤੱਕ। ਇਸ ਵੇਲੇ ਉਸ ਖਰੜ ਹਲਕੇ ਦੇ 2.5 ਹਲਕੇ ਬਣ ਚੁੱਕੇ ਨੇ। मोहाली है, खरड़ है, तो एक घड़ूआ कानूगोई जिहड़ी आ चमकौर साहब का हिस्सा है। जदों मैं 2002 च इत्थों एमएलए बनिया खरड़ तो, उस वेले खरड़ रोपड़ जिले का हिस्सा सी। इसलिए मेरा रोपड़ जिले नाल गूढ़ा संबंध रहा। जदों मैं कांग्रेस सी ते मैं जनरल सैकटरी सी, सीनियर जनरल सैकटरी, उदों हुशियारपुर, नवां शहर, रोपड़ ते ईवन गुरदासपुर, संगरूर, ये सारे ज़िले मेरे ਅਧਿਕਾਰ ਖੇਤਰ ਆਉਂਦੇ ਸੀ। ਅਤੇ ਮੈਂ ਬੱਚੇ ਨੂੰ ਜਿੰਨੇ ਵੀ ਇੱਥੇ ਵਰਕਰਸ ਹੈਗੇ ਨੇ ਕਟਿੰਗ ਅਕ੍ਰੋਸ ਪਾਰਟੀ ਲਾਈਨਸ, ਉਹਨਾਂ ਸਾਰਿਆਂ ਨਾਲ ਮੇਰਾ ਲੰਮੇ ਸਮੇਂ ਤੋਂ ਸੰਪਰਕ ਹੈ। ਇਸ ਲਈ ਇਹ ਮੇਰੇ ਲਈ ਕੋਈ ਨਾ ਹਲਕਾ ਉਪਰਾ ਹੈ, ਨਾ ਮੈਨੂੰ ਚੋਣ ਲੜਨ 'ਚ ਕੋਈ ਮੁਸ਼ਕਲ ਆ ਰਹੀ। ਸਰਦਾਰ ਵੀਰ ਦਵਿੰਦਰ ਸਿੰਘ ਜੀ, ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਹੀ ਕਿਉਂ ਚੁਣਿਆ? ਤੁਹਾਡਾ ਕਿੱਦਾਂ ਦਾ ਰਿਸ਼ਤਾ ਇਸ ਹਲਕੇ ਨਾਲ? ਅਰਜ਼ ਇਹ ਹੈ ਭਈ ਆਪਾਂ ਹਰ ਕੰਮ ਜਿਹੜਾ ਕਦਮ ਚੁੱਕਦੇ ਹਾਂ ਉਹ ਪੂਰੇ ਵਿਸ਼ਵਾਸ ਨਾਲ ਚੁੱਕਦੇ ਹਾਂ ਔਰ ਵਿਸ਼ਵਾਸ ਨਾਲ ਅੱਗੇ ਵੱਧਦੇ ਹਾਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੋਂਦ ਵਿੱਚ ਆਇਆ, ਜਿਹੜਾ 10 ਸਾਲ ਬਾਦਲਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਔਰ ਧਾਰਮਿਕ ਖੇਤਰ ਵਿੱਚ ਏਡੇ ਵੱਡੇ ਪਾਪ ਕੀਤੇ, ਜਿਸ ਦੇ ਨਾਲ ਪੂਰੀ ਸਿੱਖ ਕੌਮ 'ਚ ਉਹਨਾਂ ਦੇ ਖਿਲਾਫ ਇੱਕ ਬਗਾਵਤ ਖੜੀ ਹੋ ਗਈ। ਉਹਦੇ 'ਚ ਸਭ ਤੋਂ ਵੱਡਾ ਮੁੱਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਚੋਰੀ ਹੋਣਾ ਮਹਾਰਾਜ ਦਿਆਂ ਦਾ। ਉਸ ਤੋਂ ਬਾਅਦ ਸਰਸਾ ਵਾਲਿਆਂ ਵੱਲੋਂ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਕਰਨੀ, ਬਰਗਾੜੀ ਦੇ ਗਲੀਆਂ ਬਾਜ਼ਾਰਾਂ 'ਚ ਉਹਨਾਂ ਨੂੰ ਖੰਡਾਉਣਾ, ਸੰਗਤਾਂ ਵਿੱਚ ਰੋਹ ਪੈਦਾ ਹੋਣਾ, 2 ਸਿੰਘਾਂ ਨੂੰ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦੇਣਾ, ਕੋਟਕਪੂਰੇ ਔਰ ਬੇਬਲ ਕਲਾਂ। ਔਰ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣਾ, ਬਾਦਲਾਂ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਪੁਖਤਾ, ਅਤੇ ਫਿਰ ਉੱਥੇ ਮੋਰਚਾ ਲੱਗਣਾ ਬਰਗਾੜੀ ਦਾ। ਮੋਰਚੇ ਵਿੱਚ ਮੈਂ ਵੀ ਸ਼ਾਮਲ ਹੋਇਆ। ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਸ਼ਾਮਲ ਹੋਏ ਨੇ ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਨੇ। ਮੈਂ ਵੀ ਉਹਦੇ ਸ਼ਾਮਲ ਹੋਇਆ। ਉਸ ਤੋਂ ਬਾਅਦ ਇਹ ਰੋਹ ਹੋਰ ਪ੍ਰਚੰਡ ਹੋ ਗਿਆ ਔਰ ਜਦੋਂ ਚੋਣਾਂ ਹੋਈਆਂ 2017 ਦੀਆਂ ਪੰਜਾਬ ਅਸੈਂਬਲੀ ਦੀਆਂ, ਉਸ ਵੇਲੇ ਉਹ ਰੋਹ ਜੋ ਸਿੱਖਾਂ 'ਚ ਸੀ ਉਹ ਸਾਹਮਣੇ ਆਇਆ, ਉਹਦਾ ਨਤੀਜਾ। ਅਤੇ ਬਾਦਲ ਜੀ ਨੇ 10 ਸਾਲ ਰਾਜ ਕੀਤਾ, ਉਹ 14 ਸੀਟਾਂ ਤੱਕ ਸਿਮਟ ਕੇ ਰਹਿ ਗਏ। ਇਹ ਬਾਦਲਾਂ ਪ੍ਰਤੀ ਸੰਗਤਾਂ ਦੇ ਮਨਾਂ ਵਿੱਚ ਗੁੱਸਾ ਅਤੇ ਰੋਸ ਦੀ ਜਿਹੜੀ ਭਾਵਨਾ ਹੈ, ਉਹਦਾ ਇੱਕ ਪ੍ਰਤੀਕਰਮ, ਉਹਦਾ ਇੱਕ ਸਬੂਤ ਸੀ। ਉਹ ਰੋਸ ਹੁਣ ਉਸ ਤੋਂ ਵੀ ਕਿਤੇ ਵੱਧ ਗਿਆ ਹੈਗਾ 2019 'ਚ। ਅਤੇ
ਬਹੁਤ ਸਾਰੇ ਲੋਕ ਅਕਾਲੀ ਦਲ ਨੂੰ ਛੱਡ ਕੇ ਕੁਝ ਖਾਮੋਸ਼ ਹੋ ਗਏ, ਕੁਝ ਬਾਹਰ ਚਲੇ ਗਏ, ਜਿਵੇਂ ਸੁਖਦੇਵ ਸਿੰਘ ਢੀਂਡਸਾ ਉਹ ਖਾਮੋਸ਼ ਹੋ ਗਏ, ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ। ਬ੍ਰਹਮਪੁਰਾ ਜੀ ਆਪਣਾ ਸੇਵਾ ਸਿੰਘ ਸੇਖਵਾਂ ਔਰ ਅਜਨਾਲਾ ਸਾਹਿਬ, ਸਰਰਤਨ ਸਿੰਘ ਅਜਨਾਲਾ ਫਾਰਮਰ MP, ਹੋਰ ਬਹੁਤ ਸਾਰੇ ਐਸੇ ਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਅਕਾਲੀ ਦਲ ਤੋਂ ਜੁਦਾ ਕਰਕੇ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਾਇਮ ਕੀਤਾ ਜਾਏ ਔਰ ਇੱਕ ਵੱਡੀ ਪਰਿਵਰਤਨ ਦੀ ਲਹਿਰ ਜਿਹੜੀ ਸਿੱਖ ਪੋਲਿਟੀ ਹੈ ਉਹਦੇ ਸ਼ੁਰੂ ਕੀਤੀ ਜਾਏ। ਮੇਰਾ ਉਹਦੇ 'ਚ ਸ਼ਾਮਲ ਹੋਣਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਫਿਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਉਮੀਦਵਾਰ ਬਣਨਾ, ਇਹ ਉਸ ਪਰਿਵਰਤਨ ਦੀ ਵੱਡੀ ਲਹਿਰ ਦਾ ਇੱਕ ਹਿੱਸਾ ਹੈ। ਅਸੀਂ ਪਰਿਵਰਤਨ ਕਰਨਾ ਚਾਹੁੰਦੇ ਹਾਂ, ਟਰਾਂਸਫਾਰਮ ਕਰਨਾ ਚਾਹੁੰਦੇ ਹਾਂ ਸਾਰੀ ਪੋਲਿਟੀ ਨੂੰ, ਪੰਥਕ ਪੋਲਿਟੀ ਨੂੰ, ਜਿਹਦੇ 'ਚ ਬਹੁਤ ਸਾਰੀਆਂ ਖਨਾਮੀਆਂ ਪ੍ਰਵੇਸ਼ ਕਰ ਗਈਆਂ ਨੇ। ਬਾਦਲਾਂ ਨੇ ਆਪਣਾ ਕਬਜ਼ਾ ਕਰ ਲਿਆ, ਇੱਕ ਟੱਬਰ ਦਾ ਕਬਜ਼ਾ ਕਰਕੇ ਉਹਨਾਂ ਨੇ ਸਾਰੇ ਜਿਹੜੇ ਸੰਸਥਾਵਾਂ ਸੀਗੀਆਂ ਸਿੱਖਾਂ ਦੀਆਂ ਉਹਨਾਂ ਨੂੰ ਮਿੱਟੀ 'ਚ ਮਿਲਾ ਦਿੱਤਾ, ਚਾਹੇ ਉਹ ਤਖਤ ਨੇ, ਚਾਹੇ ਉਹ ਯੂਨੀਵਰਸਿਟੀਆਂ ਨੇ, ਚਾਹੇ ਕਾਲਜਾਂ ਨੇ। ਅੰਨੀ ਲੁੱਟ ਕੀਤੀ, ਆਪਣੇ ਪਰਿਵਾਰ ਦੇ ਕਬਜ਼ੇ ਕਰ ਲਏ। ਟਰਸਟ ਸਾਰੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਟਰਸਟ ਨੇ ਉਹ ਸਾਰਿਆਂ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਇਸ ਵਾਸਤੇ ਏਡੇ ਪਾਪ ਇਹਨਾਂ ਨੇ ਕੀਤੇ, ਉਹਨਾਂ ਨੂੰ ਮਾफ़ ਕੀਤਾ। ਤਖਤਾਂ ਦੇ ਜਥੇਦਾਰਾਂ ਦੀ ਧੌਣ 'ਤੇ ਗੋਡਾ ਰੱਖ ਕੇ ਹੁਕਮਨਾਮੇ ਜਾਰੀ ਕਰਵਾਏ, ਸਰਸੇ ਵਾਲੇ ਜਿਹੜਾ ਬਾਬੇ ਨੂੰ ਮਾफ़ ਕਰਨ ਦੇ। ਫਿਰ ਜਦੋਂ ਸੰਗਤਾਂ 'ਚ ਰੋਹ ਪੈਦਾ ਹੋ ਗਿਆ, ਉਸ ਹੁਕਮਨਾਮੇ ਦਾ ਵਿਰੋਧ ਹੋਇਆ ਤੇ ਬਾਦਲਾਂ ਨੇ 98 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ 'ਚ ਦੇ ਕੇ ਪ੍ਰਚਾਰ ਕਰਾਇਆ। ਉਹ ਵੀ ਗੁਰੂ ਦੀ ਗੋਲਕ 'ਚੋਂ ਸਾਰੇ ਇਸ਼ਤਿਹਾਰ ਛਪਾਏ। ਮੁੜ ਕੇ ਉਹ ਹੁਕਮਨਾਮਾ ਵਾਪਸ ਲੈਣਾ ਪਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਕੌਮ ਦੇ ਮਨ 'ਤੇ ਦਿਲ 'ਤੇ ਨਸੂਰ ਬਣ ਕੇ ਇਸ ਵੇਲੇ ਟਸ ਕਰ ਰਹੀਆਂ ਨੇ ਤੇ ਇਹ ਐਸੇ ਜ਼ਖਮ ਨੇ ਜਿਹਨੇ ਸਾਰੀ ਕੌਮ ਨੂੰ ਬੇਚੈਨ ਕਰ ਦਿੱਤਾ। ਇਸ ਲਈ ਕੌਮ ਹੁਣ ਇਸ ਗੱਲ 'ਤੇ ਆ ਕੇ ਖੜੀ ਹੋ ਗਈ ਹੈ ਕਿ ਇਹ ਸਾਰਾ ਸਿਸਟਮ ਤਬਦੀਲ ਕੀਤਾ ਜਾਏ, ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਮੁਕਤ ਕਰਵਾਈ ਜਾਏ। ਤੇ ਇਹ ਵੱਡੀ ਲੜਾਈ ਜਿਹੜੀ ਹੈਗੀ ਹੈ ਅਸੀਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਹੈ। ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਇੱਥੇ ਖਾਲਸੇ ਦੀ ਸਿਰਜਣਾ ਹੋਈ ਹੈ। ਇੱਥੇ 9ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਦਿੱਲੀ ਜਾ ਕੇ ਉਹਨਾਂ ਨੇ ਸੀਸ ਦਿੱਤਾ ਔਰ ਫਲਸਫੇ ਦੇ ਤੌਰ 'ਤੇ ਵੱਡੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਆਯਾਮ ਜਿਹੜੇ ਨੇ ਉਹ ਇੱਥੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪੈਦਾ ਹੋਏ। ਇਸ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਦੀ ਸੇਵਾ ਦੀ ਕਾਮਨਾ ਕਰਨਾ, ਇਹ ਮੈਂ ਵੀ ਗੁਰੂ ਮਹਾਰਾਜ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ ਅਤੇ ਉਸ ਧਰਤੀ 'ਤੇ ਵਸਦੇ ਲੋਕਾਂ ਦੀ ਸੇਵਾ ਦੀ ਕਾਮਨਾ ਕਰਨਾ ਇਹ ਮੇਰੇ ਲਈ ਕੋਈ ਗੈਰ ਕੁਦਰਤੀ ਗੱਲ ਨਹੀਂ ਸੀ, ਕੁਦਰਤੀ ਸੀ। ਸਰਦਾਰ ਬੀਰ ਦਵਿੰਦਰ ਸਿੰਘ ਜੀ ਪਹਿਲਾਂ ਤਾਂ 2009 ਦੇ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਇਹ ਸੀਟ ਤੋਂ ਜਿੱਤੇ ਤੇ 2014 ਦੇ ਵਿੱਚ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿੱਤੇ। ਤੁਹਾਡੇ ਅਨੁਸਾਰ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ? ਦੇਖੋ, ਮੈਂ ਸਮਝਦਾ ਕਿ ਸਿੱਖ ਕੌਮ ਜਿਹੜੀ ਔਰ ਪੰਜਾਬ ਇਹ ਬੜੇ ਸੰਵੇਦਨਸ਼ੀਲ ਮਰਹਲੇ ਤੋਂ ਗੁਜ਼ਰ ਰਹੀ ਹੈ ਔਰ ਇਹ ਵੀ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਕਿ ਬਾਵਜੂਦ ਇਸ ਦੇ ਕਿ ਹਰ ਪਾਰਲੀਮੈਂਟ ਵਿੱਚ 13 ਨੁਮਾਇੰਦੇ ਪੰਜਾਬ 'ਚੋਂ ਚੁਣੇ ਜਾਂਦੇ ਨੇ, ਲੇਕਿਨ ਮੈਂ ਕਿਸੇ ਦੇ ਕਿਰਦਾਰ 'ਤੇ ਜਾਂ ਕੰਮਕਾਰ 'ਤੇ ਕੋਈ ਟਿੱਪਣੀ ਨਹੀਂ ਕਰਦਾ। ਲੇਕਿਨ ਸਰਦਾਰ ਕਪੂਰ ਸਿੰਘ ਸਾਹਿਬ ਤੋਂ ਬਾਅਦ ਇੱਕ ਵੀ ਪਾਰਲੀਮੈਂਟ ਦਾ ਮੈਂਬਰ ਅਜਿਹਾ ਨਹੀਂ ਗਿਆ ਜਿਹਨੇ ਪੰਜਾਬ ਦੀ ਰੂਹ ਦੀ ਤਰਜਮਾਨੀ ਕੀਤੀ ਹੋਵੇ ਜਾਂ ਸਿੱਖਾਂ ਦੀ ਤਰਾਸਦੀ ਦੀ ਗੱਲ ਪਾਰਲੀਮੈਂਟ ਵਿੱਚ ਕੀਤੀ ਹੋਵੇ। ਜੀ ਸਰ, ਇਹਦੇ ਵਿੱਚ ਤੁਸੀਂ ਗੁਨਾਹਗਾਰ ਕਿਹਨੂੰ ਮੰਨ ਰਹੇ ਹੋ ਇਹਨਾਂ ਹਾਲਾਤਾਂ ਦੇ ਵਿੱਚ? ਕਿਉਂਕਿ ਤੁਹਾਡਾ ਐਡਾ ਵੱਡਾ ਦਿੱਗਜ ਕਿਰਦਾਰ ਹੈ ਸਿਆਸਤ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੇ ਲਈ ਗੁਨਾਹਗਾਰ ਕੌਣ ਹੈ? ਮੈਂ ਸਮਝਦਾ ਮੈਂ ਹੁਣ ਕਿਸੇ ਨੂੰ ਮੈਂ ਗੁਨਾਹਗਾਰ ਨਹੀਂ ਕਹਿਣਾ ਚਾਹੁੰਦਾ। ਸਭ ਮੇਰੇ ਦੋਸਤ ਨੇ ਸਾਰੇ, ਕਿੰਨੀਆਂ ਚੋਣਾਂ ਹੋ ਚੁੱਕੀਆਂ ਨੇ, ਹਰ ਬੰਦਾ ਕੋਸ਼ਿਸ਼ ਤਾਂ ਕਰਦਾ ਕਿ ਮੈਂ ਜਾ ਕੇ ਪਾਰਲੀਮੈਂਟ 'ਚ ਕੋਈ ਨੁਮਾਇੰਦਗੀ ਕਰਾਂ, ਲੇਕਿਨ ਕਈ ਵਾਰੀ ਜਿਸ ਤਰ੍ਹਾਂ ਦੀ ਲੋਕਾਂ ਦੀਆਂ ਐਕਸਪੈਕਟੇਸ਼ਨ ਹੁੰਦੀਆਂ ਨੇ ਉਸ ਐਕਸਪੈਕਟੇਸ਼ਨ 'ਤੇ ਲੋਕ ਖਰੇ ਨਹੀਂ ਉਤਰਦੇ। ਲੇਕਿਨ ਅੱਜ ਜਿਸ ਦੁਰਾਹੇ 'ਤੇ ਪੰਜਾਬ ਖੜਾ ਹੈ, ਬਿਲਕੁਲ ਅਸੀਂ ਬਰਬਾਦ ਹੋ ਚੁੱਕੇ ਹਾਂ। ਅੱਜ ਇਕਤਸਾਦੀ ਤੌਰ 'ਤੇ ਪੰਜਾਬ ਬਰਬਾਦ ਹੋ ਗਿਆ। 1,60,000 ਰੁਪਏ ਦਾ ਕਰਜ਼ਾ ਹੈਗਾ।
ਡਰੱਗਸ ਨੇ ਸਾਰੀ ਜਵਾਨੀ ਖਾ ਲਈ, ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ। ਬੇਰੁਜ਼ਗਾਰ ਨੌਜਵਾਨ ਅੱਜ ਆਪਣੀਆਂ ਮੁਹਾਰਾਂ, ਆਪਣੇ ਘਰਾਂ ਨੂੰ, ਪਿੰਡਾਂ ਨੂੰ, ਮਾਪਿਆਂ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਜੀ। ਔਰ ਮੈਨੂੰ ਇਹ ਗੱਲ ਕਹਿਣ 'ਚ ਬੜਾ ਦੁੱਖ ਹੈ ਕਿ ਕੇਵਲ ਪਿਛਲੇ ਇੱਕ ਅਕਾਦਮਿਕ ਵਰ੍ਹੇ 'ਚ 25,000 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਨੇ ਬਾਹਰਲੀਆਂ ਯੂਨੀਵਰਸਿਟੀਆਂ 'ਚ ਦਾਖਲਿਆਂ ਦੇ ਤੌਰ ਤੇ ਫੀਸਾਂ ਭਰੀਆਂ 5-5 ਸਾਲ ਦੀਆਂ, ਸਿਰਫ ਆਪਣੇ ਬੱਚਿਆਂ ਨੂੰ ਪੰਜਾਬ 'ਚੋਂ ਬਾਹਰ ਕੱਢਣ ਦੀ, ਜਿਨ੍ਹਾਂ ਨੇ ਉੱਥੇ ਜਾ ਕੇ ਪੜ੍ਹਨਾ ਨਹੀਂ ਹੈ, ਉੱਥੇ ਜਾ ਕੇ ਰੁਜ਼ਗਾਰ ਦੀ ਤਲਾਸ਼ ਕਰਨੀ ਹੈ। ਲੇਕਿਨ ਉਹ ਫੀਸਾਂ ਜਿਹੜੀਆਂ ਭਰਤੀਆਂ ਉਹ ਇੱਕ ਉਹਦਾ ਸਹਾਰਾ ਲਿਆ ਬਈ ਉਹ ਬਹਾਨਾ ਲਾ ਕੇ ਬੱਚੇ ਉੱਥੇ ਚਲੇ ਜਾਣ। ਆਈਲੈਟਸ ਦੇ ਜਿਹੜੇ ਹੈਗੇ ਨੇ ਕਾਊਂਟਰਸ, ਉਹਨਾਂ ਤੇ ਭੀੜਾਂ ਲੱਗੀਆਂ ਹੋਈਆਂ ਨੇ ਆਊਟਲੈਟਸ ਤੇ। ਯੂਨੀਵਰਸਿਟੀਆਂ ਦੇ ਡਿਪਾਰਟਮੈਂਟ ਖਾਲੀ ਨੇ, ਸਰਕਾਰੀ ਕਾਲਜਾਂ 'ਚ ਪੂਰੀਆਂ ਸੀਟਾਂ ਨਹੀਂ ਭਰੀਆਂ ਗਈਆਂ ਕਿਉਂਕਿ ਉੱਧਰ ਬੱਚਿਆਂ ਦਾ ਹੁਣ ਰੁਝਾਨ ਨਹੀਂ ਰਿਹਾ, ਕਿਉਂਕਿ ਉਹਨਾਂ ਨੂੰ ਗੇਨਫੁਲ ਇੰਪਲਾਇਮੈਂਟ ਹੀ ਮਿਲ ਰਹੀ। ਇੰਪਲਾਇਮੈਂਟ ਅਪਰਚੂਨਿਟੀਜ਼, ਜਿਹੜੇ ਮੌਕੇ ਸੀ ਰੁਜ਼ਗਾਰ ਦੇ, ਉਹ ਸਰਕਾਰ ਨੇ ਪੈਦਾ ਨਹੀਂ ਕੀਤੇ। ਨਾ ਅਕਾਲੀਆਂ ਦੀ 10 ਸਾਲ ਦੀ ਸਰਕਾਰ ਨੇ ਪੈਦਾ ਕੀਤੇ ਨੇ, ਨਾ ਹੁਣ 2.25 ਸਾਲ ਹੋ ਗਏ ਅਮਰਿੰਦਰ ਨੇ ਕੁਛ ਕੀਤਾ। ਸਭ ਨੇ ਝੂਠੇ ਲਾਰੇ ਲਾਏ, ਝੂਠੇ ਲਾਰੇ ਲੈ ਕੇ ਲੋਕਾਂ ਦੀਆਂ ਵੋਟਾਂ ਬਟੋਰੀਆਂ। ਅਮਰਿੰਦਰ ਸਿੰਘ ਨੇ ਕਿਹਾ ਜੀ ਮੈਂ ਜੇ ਆਵਾਂਗਾ ਤਾਂ ਮੈਂ ਘਰ ਘਰ ਨੌਕਰੀ ਦਿਆਂਗਾ। ਅੱਜ 2.5 ਸਾਲ ਹੋ ਗਏ ਨੇ, ਕੋਈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਮੈਂ ਜੀ ਸਭ ਨੂੰ ਟੈਲੀਫੋਨ ਦਿਆਂਗਾ, ਸੈੱਲ ਫੋਨ। ਮੈਂ ਸਾਰੀ ਜਗ੍ਹਾ ਪੁੱਛਦਾ ਵੀ ਕੋਈ ਨੌਜਵਾਨ ਹੱਥ ਖੜਾ ਕਰੇ ਜਿਹਨੂੰ ਅਮਰਿੰਦਰ ਸਿੰਘ ਦਾ ਟੈਲੀਫੋਨ ਆਇਆ ਹੋਵੇ। ਮਤਲਬ ਲਾਰੇ ਲਾ ਕੇ, ਝੂਠੀਆਂ ਸਹੁੰਆਂ ਖਾ ਕੇ, ਗੁਟਕੇ ਹੱਥਾਂ 'ਚ ਫੜ ਕੇ, ਇਹਨੇ ਗੁਟਕਾ ਹੱਥ 'ਚ ਫੜ ਕੇ ਸਹੁੰ ਖਾਧੀ, ਉਸ ਤੋਂ ਪਿੱਠ ਮੋੜ ਲਈ। ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਵਾਈਆਂ ਸਰਸਾ ਵਾਲਿਆਂ ਤੋਂ। ਉਹ ਪਾਪ ਹੁਣ ਇਹਨਾਂ ਨੂੰ ਲੈ ਬੈਠਣਗੇ, ਲੋਕ ਸਾਰਾ ਸਮਝਦੇ ਨੇ। ਇਸੇ ਕਰਕੇ ਲੋਕ ਬੜਾ ਵੱਡਾ ਬਦਲਾਅ ਚਾਹੁੰਦੇ ਨੇ, ਹੁਣ ਤਬਦੀਲੀ ਚਾਹੁੰਦੇ ਨੇ ਤੇ ਅਸੀਂ, ਸਾਡੀ ਕੋਸ਼ਿਸ਼ ਆ ਕਿ ਅਸੀਂ ਉਸ ਤਬਦੀਲੀ ਦੇ ਇੱਕ ਏਜੰਟ ਬਣ ਸਕੀਏ। ਅਸੀਂ ਉਸ ਤਬਦੀਲੀ ਦੇ ਸੂਚਕ ਦੇ ਤੌਰ ਤੇ ਕੰਮ ਕਰ ਰਹੇ ਹਾਂ, ਲੋਕਾਂ ਨੂੰ ਜਗਾ ਰਹੇ ਹਾਂ। ਬਹੁਤ ਵੱਡਾ ਹੁੰਗਾਰਾ ਲੋਕਾਂ ਦਾ ਮਿਲ ਰਿਹਾ ਹੈ। ਜੇ ਇੱਕ ਵੀ ਅਕਾਲੀ ਟਕਸਾਲੀ ਜਿੱਤ ਕੇ ਪਾਰਲੀਮੈਂਟ ਵਿੱਚ ਚਲਿਆ ਗਿਆ, ਉਹ ਸਾਰੀ ਜਿਹੜੀ ਪੰਥਕ ਪੋਲਿਟੀ ਆ ਉਹਦੀ ਨੁਹਾਰ ਬਦਲ ਦੇਗਾ। ਸਰਦਾਰ ਬੀਰ ਦਵਿੰਦਰ ਸਿੰਘ ਜੀ, ਤੁਹਾਡੀ ਜ਼ਿੰਦਗੀ ਦੇ ਵਿੱਚ, ਸਿਆਸੀ ਜ਼ਿੰਦਗੀ ਦੇ ਵਿੱਚ ਕਾਫੀ ਉਤਾਰ ਚੜ੍ਹਾਅ ਰਹੇ ਤੇ ਤੁਸੀਂ ਵੱਖ-ਵੱਖ ਪਾਰਟੀਆਂ ਵੀ ਬਦਲੀਆਂ, ਤੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਇਹਦੇ ਪਿੱਛੇ ਕੀ ਕਾਰਨ ਹੈ। ਦੇਖੋ, ਮੈਂ ਜਦੋਂ ਵੀ ਚੋਣ ਜਿੱਤ ਕੇ ਪਹਿਲਾਂ ਅਸੈਂਬਲੀ 'ਚ ਗਿਆ, ਜੋ ਕੁਝ ਵੀ ਕੀਤਾ ਸਭ ਤੋਂ ਵੱਖਰਾ ਕੀਤਾ। ਸੱਚ ਤੇ ਪਹਿਰਾ ਦਿੱਤਾ, ਹੱਕ ਤੇ ਪਹਿਰਾ ਦਿੱਤਾ, ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕੀਤੀ, ਮਸਲੇ ਉਠਾਏ, ਨੁਕਸਾਨ ਵੀ ਉਠਾਇਆ। ਲੇਕਿਨ ਜੇ ਮੁੱਖ ਮੰਤਰੀ ਨੂੰ ਸਰੇ ਬਜ਼ਮ ਤੁਸੀਂ ਇਹ ਕਹਿ ਸਕਦੇ ਹੋ ਕਿ ਸ਼੍ਰੀਮਾਨ ਜੀ ਤੁਸੀਂ ਇਸ ਕੰਮ 'ਚ ਵੱਡਾ ਡਾਕਾ ਮਾਰ ਲਿਆ ਜੇ ਪੰਜਾਬ ਨੂੰ, 300 ਕਰੋੜ ਰੁਪਏ ਦਾ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦਾ ਘੁਟਾਲਾ ਹੋ ਗਿਆ ਤੇ ਮੈਂ ਪੈਡ ਨੱਪਦਾ ਤੁਹਾਡੇ ਘਰ ਤੱਕ ਪਹੁੰਚ ਗਈ, ਇਹ ਪੈਡ ਤੁਹਾਡੇ ਕਲਮ ਤੱਕ ਪਹੁੰਚ ਗਈ। ਸਮਝ ਗਏ ਨਾ? ਇਹ ਬੀਰ ਦਵਿੰਦਰ ਸਿੰਘ ਹੀ ਕਹਿ ਸਕਦਾ। ਬਿਲਕੁਲ। ਔਰ ਅਸੈਂਬਲੀ ਵਿੱਚ ਕਿਹਾ। ਤੇ ਜੇ ਵੀਰ ਦਵਿੰਦਰ, ਤੁਸੀਂ ਇੱਕ ਸਵਾਲ ਕਰਦੇ ਹੋ ਜੀ ਤੁਸੀਂ ਪਾਰਟੀਆਂ ਬੜੀਆਂ ਬਦਲਦੇ ਹੋ, ਜੇ ਵੀਰ ਦਵਿੰਦਰ ਸਿੰਘ ਅਸੈਂਬਲੀ 'ਚ ਖੜਾ ਹੋ ਕੇ ਚੀਫ ਮਿਨਿਸਟਰ ਨੂੰ ਚੈਲੰਜ ਕਰਕੇ ਕਹੇਗਾ ਕਿ ਤੁਸੀਂ ਪੰਜਾਬ ਨਾਲ ਠੱਗੀ ਮਾਰ ਲਈ, ਤੁਸੀਂ ਵੱਡੇ ਡਾਕੂ ਹੋ, ਤੁਸੀਂ ਵੱਡੇ ਡਾਕੂ ਹੋ, ਤੇ ਫਿਰ ਉਹ ਚੀਫ ਮਿਨਿਸਟਰ ਤੇ ਫਿਰ ਮੈਨੂੰ ਪਾਰਟੀ 'ਚੋਂ ਕੱਢੇਗਾ ਹੀ ਨਾ, ਮੈਨੂੰ ਕੌਣ ਰੱਖੇਗਾ। ਲੇਕਿਨ ਮੈਂ ਕੋਈ ਕਿਸੇ ਦੀ ਖੁਸ਼ਾਮਦ ਕਰਨ ਲਈ ਚੋਣ ਨਹੀਂ ਲੜ ਰਿਹਾ। ਮੈਂ ਅੱਜ ਵੀ ਕਹਿ ਰਿਹਾ, ਅੱਜ ਵੀ ਚੋਣ ਜਿਹੜੀ ਹੈ ਮੈਂ ਸੱਚ ਤੇ ਹੱਕ ਤੇ ਪਹਿਰਾ ਦਿਆਂਗਾ। ਮੈਂ ਕਿਸੇ ਦੀ ਖੁਸ਼ਾਮਦ ਵਾਸਤੇ ਨਾ ਕਦੇ ਅਸੈਂਬਲੀ 'ਚ ਗਿਆ, ਨਾ ਪਾਰਲੀਮੈਂਟ 'ਚ ਜਾਣਾ ਚਾਹੁੰਦਾ। ਠੀਕ ਹੈ ਨਾ? ਪੰਜਾਬ ਦੇ ਵਾਸਤੇ ਬੋਲਾਂਗੇ, ਕੌਮ ਦੇ ਵਾਸਤੇ ਬੋਲਾਂਗੇ, ਔਰ ਬੇਬਾਕ ਆਵਾਜ਼ ਜਿਹੜੀ ਹੈ ਉਹ ਬਣ ਕੇ ਪਾਰਲੀਮੈਂਟ 'ਚ ਵੀ, ਲੇਕਿਨ ਦਲੀਲ ਦੇ ਨਾਲ, ਤਰਕ ਦੇ ਨਾਲ ਉੱਥੇ ਗੱਲ ਕਰਾਂਗੇ। ਰੌਲਾ ਨਹੀਂ ਪਾਉਣਾ। ਇਹ ਨਹੀਂ ਹੈ ਕਿ ਉੱਥੇ ਸ਼ੋਰ ਮਚਾਉਣਾ। ਮਤਲਬ ਇਹ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਬੋਲਣ ਵਾਲਾ ਚੰਦੂ ਮਾਜਰੇ ਵਾਂਗੂ ਕਿਹੜੀ ਜ਼ੁਬਾਨ 'ਚ ਬੋਲ ਰਿਹਾ। ਨਾ ਉਹਦੀ ਹਿੰਦੀ ਸਮਝ ਆਵੇ, ਨਾ ਉਹਦੀ ਪੰਜਾਬੀ ਸਮਝ ਆਵੇ, ਨਾ ਉਹਦੀ ਅੰਗਰੇਜ਼ੀ ਸਮਝ ਆਵੇ। ਮੈਂ ਇਹ ਜੀ ਸਤਨਾਜੇ ਵਾਲੀ ਭਾਸ਼ਾ ਬੋਲਣ ਪਾਰਲੀਮੈਂਟ 'ਚ ਨਹੀਂ ਜਾਣਾ। ਮੈਂ ਤਾਂ ਦਲੀਲ ਦੀ ਗੱਲ, ਜੇ ਸਾਹਮਣੇ ਬੈਠੇ ਬੰਦਿਆਂ ਨੂੰ ਅੰਗਰੇਜ਼ੀ 'ਚ ਸਮਝ ਆਉਂਦੀ ਆ, ਮੈਂ ਅੰਗਰੇਜ਼ੀ 'ਚ ਕਰਾਂਗਾ। ਜੇ ਹਿੰਦੀ 'ਚ ਸਮਝ ਆਉਂਦੀ ਆ, ਮੈਂ ਹਿੰਦੀ 'ਚ ਕਰਾਂਗਾ। ਫਾਰਸੀ 'ਚ ਸਮਝ ਆਉਂਦੀ ਆ, ਮੈਂ ਫਾਰਸੀ 'ਚ ਕਰਾਂਗਾ। ਸੰਸਕ੍ਰਿਤ 'ਚ ਸਮਝ ਆਉਂਦੀ ਆ, ਸੰਸਕ੍ਰਿਤ 'ਚ ਕਰਾਂਗਾ। ਤੇ ਜੇ ਮੇਰੀ ਮਾਂ ਬੋਲੀ 'ਚ ਕੀਤੀ ਹੋਈ ਗੱਲ ਨੂੰ ਪਿਆਰ ਨਾਲ ਸੁਣ ਤਾਂ ਮੈਂ ਆਪਣੀ ਮਾਂ ਬੋਲੀ
ਉਸੇ ਜ਼ੁਬਾਨ 'ਚ ਗੱਲ ਕਰਾਂਗਾ, ਪਰ ਮੈਂ ਕਮਿਊਨੀਕੇਟ ਕਰਾਂਗਾ ਪੰਜਾਬ ਦੇ ਦਰਦ ਨੂੰ, ਪੰਜਾਬ ਦੇ ਲੋਕਾਂ ਦੀ ਕਹਾਣੀ ਜਿਹੜੀ ਹੈ ਉਹਨੂੰ ਉਸ ਮੰਚ ਤੇ, ਜਿਹੜਾ ਸਭ ਤੋਂ ਮਹੱਜ਼ਬ ਮੰਚ ਆ ਸਾਡੇ ਦੇਸ਼ ਦਾ, ਸੰਵਿਧਾਨਕ ਮੰਚ, ਉਸ ਤੇ ਇੱਕ ਆਵਾਜ਼ ਬਣ ਕੇ ਜਾ ਰਿਹਾ। ਕਾਸ਼ ਮੈਨੂੰ ਇਹ ਮੌਕਾ ਮਿਲੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ। ਇਹ ਮੇਰੇ ਵੱਡੇ ਆਹੋ ਭਾਗ ਹੋਣਗੇ। ਮੈਂ ਅਨੰਦਪੁਰ ਸਾਹਿਬ ਦੀ ਸਪਿਰਿਟ ਨੂੰ ਵੀ ਰਿਪਰੈਜ਼ੈਂਟ ਕਰਨਾ ਚਾਹੁੰਦਾ। ਅਨੰਦਪੁਰ ਸਾਹਿਬ ਦੀ ਸਪਿਰਿਟ ਦੀ ਮੈਨੀਫੈਸਟੇਸ਼ਨ ਕੀ ਹੈ, ਗੁਰੂ ਸਾਹਿਬ ਦੇ ਖਾਲਸਾ ਦੀ ਸਿਰਜਣਾ ਦੇ ਆਸ਼ੇ ਕੀ ਸੀਗੇ, 9ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਦਿੱਲੀ ਸ਼ਹਾਦਤ ਦੇਣ ਲਈ ਕਿਉਂ ਗਏ, ਕਿਸ ਕੰਮ ਲਈ ਉਹਨਾਂ ਨੇ ਏਡਾ ਵੱਡਾ ਬਲੀਦਾਨ ਦਿੱਤਾ, ਉਹਨਾਂ ਦੇ ਸਾਹਮਣੇ ਮਨੁੱਖ ਦੀ ਕੀ ਤਸਵੀਰ ਸੀਗੀ, ਕਿੱਡੇ ਵੱਡੇ ਜ਼ੁਲਮ ਉਸ ਵੇਲੇ ਹੋ ਰਹੇ ਸੀ, ਉਹਨਾਂ ਜ਼ੁਲਮਾਂ ਦੇ ਖਿਲਾਫ ਉਹਨਾਂ ਨੇ ਕਿੱਡੀ ਵੱਡੀ ਲੜਾਈ ਵਿੱਢੀ, ਜਿਹਨੂੰ 10 ਪਾਤਸ਼ਾਹ ਹਜ਼ੂਰ ਨੇ ਅੱਗੇ ਵੱਡਾ ਕੀਤਾ। ਖਾਲਸੇ ਦੀ ਸਿਰਜਣਾ ਦਾ ਮਕਸਦ ਕੀ ਸੀ, ਅੱਜ ਅਸੀਂ ਕਿੱਥੇ ਖੜੇ ਹਾਂ। ਅੱਜ ਲੋਕ ਸਾਨੂੰ ਗਲਤ ਸਮਝ ਰਹੇ ਨੇ, ਲੇਕਿਨ ਅਸੀਂ ਦੁਨੀਆ ਨੂੰ ਸਮਝਾਉਣਾ ਹੈ ਕਿ ਤੁਸੀਂ ਸਾਨੂੰ ਗਲਤ ਸਮਝ ਰਹੇ ਹੋ। ਗੁਰੂ ਮਹਾਰਾਜ ਨੇ ਕਿਹਾ ਸੀ, ਮਾਨਸ ਕੀ ਜਾਤ ਸਭ ਏਕ ਕੀ ਪਹਿਚਾਨ ਦੋ। ਜੋ ਸਾਡਾ ਫਲਸਫਾ ਹੈ, ਉਸ ਫਲਸਫੇ ਦੀ ਤਰਜਮਾਨੀ ਕਰਨੀ ਵੀ ਮੇਰਾ ਇੱਕ ਸਭ ਤੋਂ ਮੇਰਾ ਪਹਿਲਾ ਕਦਮ ਹੋਏਗਾ ਪਾਰਲੀਮੈਂਟ। ਸਰਦਾਰ ਬੀਰ ਦਵਿੰਦਰ ਸਿੰਘ ਜੀ, ਇਸ ਵੇਲੇ ਤੁਹਾਡਾ ਮੁਕਾਬਲਾ ਕਿਸ ਨਾਲ ਹੈ? ਦੇਖੋ, ਮੁਕਾਬਲਾ ਤਾਂ ਜਿਹੜੇ ਬੰਦੇ ਮੁਕਾਬਲੇ 'ਚ ਆਉਣਗੇ ਉਹਨਾਂ ਸਾਰਿਆਂ ਨਾਲ ਹੀ ਮੁਕਾਬਲਾ ਹੈ। ਜਿਹੜੀ ਚੋਣ ਹੈਗੀ ਹੈ ਉਹਨੂੰ ਕਦੇ ਗੈਰ ਸੰਜੀਦਾ ਢੰਗ ਨਾਲ ਨਹੀਂ ਦੇਖਣਾ ਚਾਹੀਦਾ, ਪਰ ਮੈਂ ਇਹ ਸਮਝਦਾ ਕਿ ਚੰਦੂ ਮਾਜਰਾ ਸਾਹਿਬ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ, ਅਕਾਲੀ ਦਲ ਨਾਲ। ਔਰ ਮੁਕਾਬਲਾ ਜਿਹੜਾ ਹੈਗਾ, ਕਾਂਗਰਸ ਦਾ ਕੋਈ ਕੈਂਡੀਡੇਟ ਹੀ ਨਹੀਂ ਆਇਆ ਹੈਗਾ, ਠੀਕ ਹੈ ਨਾ। ਤੇ ਇੱਕ ਹਾਥੀ ਵਾਲਿਆਂ ਦਾ ਕੈਂਡੀਡੇਟ ਹੈ, BSP ਦਾ, ਇੱਕ ਝਾੜੂ ਵਾਲਿਆਂ ਦਾ, ਠੀਕ ਹੈ ਨਾ ਜੀ। ਤੇ ਮੈਨੂੰ ਤੇ 1.25 ਮਹੀਨੇ ਤੋਂ ਉੱਪਰ ਹੋ ਗਿਆ ਕੰਪੇਨ ਸ਼ੁਰੂ ਕੀਤੀ ਨੂੰ। ਮੈਂ ਤਕਰੀਬਨ 6 ਹਲਕੇ ਜਿਹੜੇ ਨੇ ਲਗਭਗ ਕਵਰ ਕਰ ਲਏ ਨੇ। ਤੇ ਠੀਕ ਹੈ, ਮੈਦਾਨ 'ਚ ਸਾਰੇ ਖੇਡਦੇ ਨੇ, ਆਪਣੀ ਆਪਣੀ ਖਿੱਦੋ ਖੂੰਡੀ ਲੈ ਕੇ ਵੜੇ ਹੋਏ ਨੇ। ਤੇ ਹਾਂ, ਇਸ ਕਰਕੇ ਮੈਂ ਮੁਕਾਬਲੇ ਨੂੰ ਇਹ ਨਹੀਂ ਕਹਿੰਦਾ ਕਿ ਮੁਕਾਬਲਾ ਨਹੀਂ ਹੈਗਾ, ਮੁਕਾਬਲਾ ਤਾਂ ਹੋਏਗਾ ਹੀ ਜਿਹੜੇ ਬੰਦੇ ਮੈਦਾਨ 'ਚ ਆਉਣਗੇ, ਪਰ ਜਿੱਤ ਸਾਡੀ ਯਕੀਨੀ ਹੈ। अगर जित हुंदी है, अगर ना लाओ, अगर मगर देखो तू अगर मगर की बात न कर। वाह जी वाह। हाँ, ये बता के काफले क्यों लुटे। वाह जी वाह, बिल्कुल। तो ਅਸੀਂ ਚਾਹੁੰਦੇ ਆ, ਮਤਲਬ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਆ ਕਿ ਇਹ ਜੋ ਸੀਟ ਹੈ ਤੁਹਾਡੀ ਝੋਲੀ। ਦੇਖੋ, ਗੱਲ ਸੁਣੋ, ਮੇਰੀ ਜ਼ਿੰਦਗੀ ਜਿਹੜੀ ਹੈਗੀ ਹੈ ਬੜੀ ਚੁਣੌਤੀਆਂ ਭਰਪੂਰ ਰਹੀ ਹੈ। ਮੈਂ ਬੜੇ ਐਸੇ ਮਰਹਲਿਆਂ 'ਚੋਂ ਗੁਜ਼ਰੇ ਆ। ਇੰਨੇ ਵੱਡੇ ਹਮਲੇ ਹੋਏ, ਅੱਤਵਾਦੀਆਂ ਨੇ ਹਮਲੇ ਕੀਤੇ। ਜਦੋਂ ਮੈਂ ਵਿਦਿਆਰਥੀਆਂ ਦਾ ਲੀਡਰ ਸੀ, ਉਦੋਂ ਬਥੇਰੀਆਂ ਗੋਲੀਆਂ ਪੁਲਿਸ ਨਾਲ ਚੱਲੀਆਂ। ਇੱਕ ਵਾਰੀ ਮੈਨੂੰ ਵੇਖਦਿਆਂ ਗੋਲੀ ਮਾਰਨ ਦਾ ਵੀ ਹੁਕਮ ਹੋ ਗਿਆ ਸੀ, ਸ਼ੂਟ ਐਟ ਸਾਈਟ। ਜੇਲਾਂ ਵੀ ਕੱਟੀਆਂ, ਨਜ਼ਰਬੰਦੀਆਂ ਵੀ ਕੱਟੀਆਂ, ਐਮਰਜੈਂਸੀ 'ਚ ਨਜ਼ਰਬੰਦ ਰਿਹਾ। 33 ਮੁਕੱਦਮੇ ਸਨ ਮੇਰੇ 'ਤੇ ਐਮਰਜੈਂਸੀ 'ਚ, ਔਰ 3 ਮੁਕੱਦਮੇ ਐਸੇ ਸੀ ਜਿਨ੍ਹਾਂ 'ਚ ਸਜ਼ਾਏ ਮੌਤ ਸੀ, ਜਿਹਦੇ 'ਚ ਸੈਡੀਸ਼ਨ, ਡਿਫੈਂਸ ਆਫ ਇੰਡੀਆ ਰੂਲ 36, 43। ਪਰ ਉਹਨਾਂ ਸਾਰੀਆਂ ਚੀਜ਼ਾਂ 'ਚੋਂ ਗੁਜ਼ਰ ਕੇ आज थोड़े कोल बैठे हैं। मैं कई बार ये शेर कहना हूँ भी, जिसे लोग कहते हैं ज़िंदगी वो तो हादसों का हजूम था, जिसे लोग कहते हैं ज़िंदगी वो तो हादसों का हजूम था, ये अपना ही था हौसला के बस दरमियान से गुजर गए। इन्ने कष्ट वाले मरहलियां चों गुजर के जे उस मालिक ने जिंदा रखिया अज तक, ਤੇ ਕੋਈ ਵੱਡੀ ਸੇਵਾ ਲੈਣੀ ਹੈ। ਬਿਲਕੁਲ, ਤੁਹਾਨੂੰ ਚੁਣਿਆ ਗਿਆ ਚੁਣੌਤੀਆਂ ਦੇ ਲਈ। ਬਸ ਕੋਈ ਨਾ ਕੋਈ ਸੇਵਾ ਉਸ ਮਾਲਕ ਨੇ ਲੈਣੀ ਹੈ, ਨਹੀਂ ਕਿਸੇ ਨਾ ਕਿਸੇ ਗੋਲੀ ਦਾ ਅਸੀਂ ਵੀ ਅੱਜ ਤੱਕ ਸ਼ਿਕਾਰ ਹੋ ਗਏ। ਸਰਦਾਰ ਬੀਰ ਦਵਿੰਦਰ ਸਿੰਘ ਜੀ, ਇੱਕ ਕੁਐਸਚਨ ਪੁੱਛਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਇਹਦੇ ਵਿੱਚ ਕੀ ਫਰਕ ਹੈ? ਇਹਦੇ 'ਚ ਵੇਖੋ ਜੀ, ਜ਼ਮੀਨ ਅਸਮਾਨ ਦਾ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਦਰਅਸਲ 1920 'ਚ ਹੋਂਦ 'ਚ ਆਇਆ, ਜਿਸ ਦਾ ਚਿਹਰਾ ਮੋਹਰਾ ਬਾਦਲਾਂ ਨੇ ਵਿਗਾੜ ਦਿੱਤਾ। ਹਾਂਜੀ, ਉਸ ਸੰਵਿਧਾਨ ਵਿੱਚ ਵੀ ਤਬਦੀਲੀਆਂ ਕਰ ਦਿੱਤੀਆਂ ਤੇ ਅੱਜ ਕਿਤੇ ਉਹ ਨਜ਼ਰ ਨਹੀਂ ਆ ਰਿਹਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਨੇ, ਉਹਨਾਂ ਦੇ ਕੰਨਾਂ 'ਚ ਮੁਰਕੀਆਂ ਪਾਈਆਂ ਹੁੰਦੀਆਂ, ਕਿਸੇ ਦੇ ਮੁੰਦਰਾਂ ਪਾਈਆਂ ਹੋਈਆਂ, ਕਿਸੇ ਨੇ ਸਿਰ ਦੀ ਟਿੰਡ ਕਰਾਈ ਹੋਈ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਨਹੀਂ ਹੈ। ਸਾਰਾ ਵਿਗਾੜ ਦਿੱਤਾ ਇਹਨਾਂ ਨੇ। ਸ਼ਰਾਬਾਂ ਪੀਣ ਵਾਲੇ, ਨਸ਼ੇ ਕਰਨ ਵਾਲੇ ਉਹ ਘੁਸਪੈਠ ਕਰ ਗਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਧਾਂਤ ਸੀ ਉਹ ਅਕਾਲੀ ਦਲ ਦੀਆਂ ਨਜ਼ਰਾਂ ਤੋਂ ਓਝਲ ਹੋ ਗਿਆ।
ਇਸ ਵਾਸਤੇ ਟਕਸਾਲੀ ਜਿਹੜੇ ਓਰੀਜਨਲ ਜਿਹੜੇ ਸੁੱਚੇ ਲੋਕ ਸ਼ੁੱਧ ਅੰਤःਕਰਨ ਵਾਲੇ ਉਹਨਾਂ ਨੂੰ ਇੱਕ ਹੋਕਾ ਦੇ ਕੇ ਇਕੱਠਾ ਕੀਤਾ ਤਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਾਵਨਾ ਔਰ 1920 ਦਾ ਜਿਨ੍ਹਾਂ ਆਸ਼ਿਆਂ ਨੂੰ ਰੱਖ ਕੇ 1920 'ਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਉਹ ਸਹੀ ਮਾਇਨਿਆਂ ਵਿੱਚ ਪੰਥ ਦੀ ਜਿਹੜੀ ਪੋਲਿਟੀ ਹੈ, ਪੰਥ ਦੀ ਜਿਹੜੀ ਰਾਜਨੀਤੀ ਹੈ, ਉਸ ਦੇ ਤਰਜਮਾਨ ਪੈਦਾ ਕਰਨੇ ਨੇ ਪੂਰੇ ਪੰਜਾਬ ਦੀ ਧਰਤੀ ਤੋਂ ਹੋਕਾ ਦੇ ਕੇ, ਜਗਾ ਕੇ, ਸਜਗ ਕਰਕੇ। ਉਹ ਪੰਥ ਦੇ ਤਰਜਮਾਨਾਂ ਦਾ ਜਿਹੜਾ ਜਨ ਸਮੂਹ ਹੈ, ਉਹ ਤਰਜਮਾਨਾਂ ਨੂੰ ਅਸੀਂ ਟਕਸਾਲੀ ਆਖਦੇ ਹਾਂ ਤੇ ਇਸ ਕਰਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਟਕਸਾਲੀ ਹੈ। ਟਕਸਾਲੀ ਤੋਂ ਭਾਵ ਸ਼ੁੱਧ, ਮਿਲਾਵਟਾਂ ਤੋਂ ਰਹਿਤ, ਡਰਾਮਿਆਂ ਤੋਂ ਰਹਿਤ, ਸਮਝ ਗਏ ਨਾ। ਔਰ ਜੋ ਕੁਝ ਸੁਖਬੀਰ ਕਰ ਰਿਹਾ, ਜੋ ਕੁਝ ਮਜੀਠਾ ਕਰ ਰਿਹਾ, ਵੇਚਣੇ ਚਿੱਟੇ, ਗੱਲ ਪੰਥ ਦੀ ਕਰਨੀ, ਸੌਦੇ ਕਰਨੇ ਸ਼ਰਾਬਾਂ ਦੇ, ਗੱਲ ਪੰਥ ਦੀ ਕਰਨੀ, ਸਾਰਾ ਪੰਜਾਬ ਲੁੱਟ ਕੇ ਖਾ ਜਾਣਾ, ਫੱਟੇ ਲਾ ਦੇਣੇ ਜਗ੍ਹਾ ਜਗ੍ਹਾ ਤੇ, ਰਾਜ ਨਹੀਂ ਸੇਵਾ। ਠੀਕ ਹੈ ਨਾ ਜੀ। ਇਹ ਸੱਜਣ ਠੱਗਾਂ ਦਾ ਇੱਕ ਵਿਗੜਿਆ ਹੋਇਆ ਨਵਾਂ ਰੂਪ ਸਾਡੇ ਸਾਹਮਣੇ ਪੇਸ਼ ਹੋਇਆ। ਔਰ ਸੇਵਾ ਤਾਂ ਕੀ ਕੀਤੀ ਆ, ਰਾਜ ਵੀ ਕੀਤਾ ਤੇ ਲੁੱਟ ਕੀਤੀ, ਸਾਰਾ ਪੰਜਾਬ ਲੁੱਟ ਕੇ ਖਾ ਲਿਆ। ਅਰਬਾਂ ਦੇ ਅੰਬਾਰ ਜਿਹੜੇ ਜਾਇਦਾਦਾਂ ਦੇ, ਹੋਟਲਾਂ ਦੇ, ਜ਼ਮੀਨਾਂ ਦੇ, ਕੋਈ ਛੱਡੀ ਨਹੀਂ ਜਗ੍ਹਾ। ਜੇ ਕੋਈ ਢਾਬਾ ਚੰਗਾ ਚੱਲਦਾ ਨਜ਼ਰ ਆ ਗਿਆ ਉਹਦੇ 'ਤੇ ਵੀ ਕਬਜ਼ਾ, ਜੇ ਕੇਬਲ ਨੈਟਵਰਕ ਦਿਖਿਆ ਉਹਦੇ 'ਤੇ ਵੀ ਕਬਜ਼ਾ, ਸਾਰੀ ਟਰਾਂਸਪੋਰਟ 'ਤੇ ਕਬਜ਼ਾ, ਜ਼ਮੀਨਾਂ ਜਿੰਨੀਆਂ ਨੇੜੇ ਨੇੜੇ ਕੀਮਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ। ਬਾਦਲ ਪਰਿਵਾਰ, ਮਜੀਠਾ ਪਰਿਵਾਰ ਸਾਰਾ ਹੀ ਪੰਜਾਬ ਨੂੰ ਕੀੜੇ ਵਾਂਗੂ ਲਾਈਕ ਪੈਰਾਸਾਈਟਸ ਉਹ ਖਾ ਗਏ ਨੇ ਪੰਜਾਬ ਨੂੰ। ਪੰਜਾਬ ਬੋਧਾ ਤੇ ਜ਼ਰਜ਼ਰਾ ਕਰ ਦਿੱਤਾ। ਉਹਨਾਂ ਦੇ ਚੰਗਲ 'ਚੋਂ ਪੰਜਾਬ ਨੂੰ ਕੱਢਣਾ, ਇਹਨੂੰ ਮੁੜ ਕੇ ਨਵਾਂ ਨਰੋਆ ਕਰਨਾ, ਇਹ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਆਸ਼ਾ ਹੈ, ਮੁੱਖ ਸਾਡਾ ਏਜੰਡਾ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਬਦਨਾਮ ਲੋਕਾਂ ਤੋਂ ਆਜ਼ਾਦ ਕਰਾਉਣਾ, ਇਹ ਸਾਡਾ ਪਰਮ ਮਨੋਰਥ ਹੈ। ਜੇ ਜਨਤਾ ਤੁਹਾਨੂੰ ਚੁਣਦੀ ਹੈ ਤਾਂ ਤੁਹਾਡਾ ਕੀ ਏਜੰਡਾ ਹੈ? ਤੁਸੀਂ ਕੀ ਕਰਨਾ ਚਾਹੋਗੇ ਸ਼੍ਰੀ ਅਨੰਦਪੁਰ ਸਾਹਿਬ ਲਈ? ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਾਇਮ ਹੀ ਇਸ ਕਰਕੇ ਕਰਨਾ ਪਿਆ ਕਿਉਂਕਿ ਬਾਦਲਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਸੀਗਾ ਉਹਨੂੰ ਮੋਨੋਪੋਲਾਈਜ਼ ਕਰ ਲਿਆ ਤੇ ਉਹਦੇ 'ਚ ਅਕਾਲੀ ਦਲ ਦੀ ਪੰਥ ਵਾਲੀ ਕੋਈ ਭਾਵਨਾ ਤਾਂ ਰਹੀ ਨਾ। ਇਸ ਕਰਕੇ ਸਭ ਕੁਝ ਬੋਧਾ ਹੋ ਗਿਆ ਤੇ ਪੋਲਿਟਿਕਸ ਸਾਰੀ ਕਮਰਸ਼ੀਅਲਾਈਜ਼ ਕਰ ਦਿੱਤੀ। ਅੱਜ ਤੁਸੀਂ ਦੇਖੋ ਨਾ 1,60,000 ਕਰੋੜ ਰੁਪਏ ਦਾ ਕਰਜ਼ਈ ਹੈ ਪੰਜਾਬ। ਬੱਚੇ ਬਾਹਰ ਜਾ ਰਹੇ ਨੇ, ਨਸ਼ਿਆਂ ਦਾ ਬੋਲਬਾਲਾ, ਪੰਥ ਵਾਲੀ ਕਿਹੜੀ ਗੱਲ ਰਹੇਗੀ, ਅਕਾਲੀ ਦਲ ਵਾਲੀ ਕਿਹੜੀ ਲੱਗ। ਸਿਧਾਂਤਹੀਣ ਰਾਜਨੀਤੀ ਪ੍ਰਵੇਸ਼ ਕਰ ਗਈ ਬਾਦਲਾਂ ਦੇ ਆਉਣ ਨਾਲ, ਬਾਦਲਾਂ ਦੇ ਕਬਜ਼ੇ ਨਾਲ। ਅਸੀਂ ਸਿਧਾਂਤ ਤੇ ਆਧਾਰਿਤ ਰਾਜਨੀਤੀ ਮਬਨੀ ਜਿਹੜੀ ਹੈਗੀ ਹੈ ਉਸ ਨੂੰ ਸਥਾਪਿਤ ਕਰਾਂਗੇ। ਇਹ ਅਕਾਲੀ ਦਲ ਟਕਸਾਲੀ ਦਾ ਮੁੱਖ ਉਦੇਸ਼ ਹੋਵੇਗਾ। ਸੋ ਸਰਦਾਰ ਵੀਰ ਦਵਿੰਦਰ ਸਿੰਘ ਜੀ, ਇਹ ਤੁਸੀਂ ਸਾਡੇ ਚੈਨਲ ਦੇ ਵਿੱਚ ਆਏ, ਚੈਨਲ ਸਤਰੰਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਕਿ ਜੋ ਇਹ ਸੀਟ ਹੈ ਪੰਥਕ ਸ਼੍ਰੀ ਅਨੰਦਪੁਰ ਸਾਹਿਬ ਦੀ ਸੀ ਤੁਹਾਡੀ ਝੋਲੀ ਦੇ ਵਿੱਚ ਇਹ ਨਾ, ਮੈਨੂੰ ਅਨੰਦਪੁਰ ਸਾਹਿਬ ਦੀ ਸੀਟ ਮੇਰੀ ਝੋਲੀ 'ਚ ਨਾ ਪਵੇ। ਅਰਦਾਸ ਇਹ ਕਰੋ ਕਿ ਅਨੰਦਪੁਰ ਸਾਹਿਬ ਦੀਆਂ ਧੂੜਾਂ ਦਾ ਆਵੇਸ਼ ਜਿਹੜਾ ਹੈ ਉਹ ਮੈਨੂੰ ਆਪਣੇ ਗਲੇ ਲਾ ਲੇ, ਮੈਨੂੰ ਆਪਣੇ ਆਪ ਸਮੇਟ ਲੇ। ਇਹ ਅਰਦਾਸ ਕਰ। ਬਿਲਕੁਲ, ਇਹੋ ਅਰਦਾਸ ਹੈ ਜੀ। ਧੰਨਵਾਦ।